प्रभु यीशु मसीह की जय। सभी सुनने वाले बहन भाइयों को इस प्रभु यीशु ਦੇ ਦਰਬਾਰ ਦੇ ਵਿੱਚ ਸਾਰਿਆਂ ਦਾ ਮੈਂ ਸਵਾਗਤ ਕਰਦਾ। ਪ੍ਰਭੂ ਯੀਸ਼ੂ ਅੱਜ ਅਸੀਂ 7 ਡੈਡਲੀ ਸਿਨਸ ਬਾਰੇ ਗੱਲ ਕਰਾਂਗੇ। ਇਹਨਾਂ ਦੇ 2 ਪਾਰਟ ਹੋਣਗੇ। ਸੋ ਹੁਣ ਅਸੀਂ ਅੱਜ ਫਸਟ ਪਾਰਟ ਦੇ ਵਿੱਚ ਇਹਨਾਂ ਨੂੰ ਇਸ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਅਨਵਾਏ ਕਿਸੇ ਨੂੰ ਨੀਚਾ ਦਿਖਾਉਣਾ ਜਾਂ ਢਾਹ ਕਰਨਾ, ਇਹਨੂੰ ਅਸੀਂ ਅਨਵਾਏ ਕਹਿੰਦੇ ਹਾਂ। ਤੇ ਗਲੂਟਨੀ which is usually understood to include drunkenness ਕਿ ਡਰੰਕਨੈਸ ਜਿਹੜਾ ਜ਼ਿਆਦਾ ਪਿਆਕੜ ਹੋਣਾ, ਸ਼ਰਾਬ ਸ਼ਰੂਬ ਪੀਣਾ, ਉਹਦੇ ਬਾਰੇ ਹੈ। ਰੈਥ ਇਹਦਾ ਹੈ ਐਂਗਰ, ਗੁੱਸਾ, ਕੋਪ ਜੋ ਅਸੀਂ ਕਰਦੇ ਹਾਂ, ਸਾਨੂੰ ਇਹ ਪਾਪ ਨਹੀਂ ਕਰਨਾ ਚਾਹੀਦਾ। ਸਲੋਥ ਸਾਨੂੰ ਕਿ ਆਲਸੀਪਨ ਜਿਹੜਾ ਵਾ ਉਹ ਨਹੀਂ ਰੱਖਣਾ ਚਾਹੀਦਾ। ਸੋ ਸਾਨੂੰ ਇਹਨਾਂ ਪਾਪਾਂ ਤੋਂ ਦੂਰ ਰਹਿਣਾ ਚਾਹੀਦਾ ਵਾ। ਅੱਜ ਅਸੀਂ ਇਸ ਪਾਠ ਦੇ ਵਿੱਚ ਪਵਿੱਤਰ ਸ਼ਾਸਤਰ 'ਚੋਂ ਪੜ੍ਹ ਕੇ ਸੁਣਾਵਾਂਗੇ ਕਿ ਅਨਵਾਏ ਜਿਹੜਾ ਵਾ ਉਹ ਕਿਸੇ ਨੂੰ ਕਿਸ ਤਰ੍ਹਾਂ ਜਿਹੜਾ ਵਾ ਤੋਂ ਦੂਰ ਰਹਿਣਾ ਚਾਹੀਦਾ। ਜੇਮਸ 3:16 ਪਵਿੱਤਰ ਸ਼ਾਸਤਰ 'ਚੋਂ ਅਸੀਂ ਹੁਣ ਪੜ੍ਹਾਂਗੇ। क्योंकि यहाँ ईर्ष्या और स्वार्थपूर्ण महत्वाकांक्षाएं रहती हैं, वहाँ अवस्था और हर प्रकार की बुरी बातें रहती हैं। देखो ਭੈਣ ਭਰਾਓ, ਜਿੱਥੇ ਤੁਹਾਡੇ ਮਨ ਦੇ ਵਿੱਚ ਸਵਾਰਥ ਹੋਏਗਾ ਆਪਣੇ ਲਈ ਤੇ ਦੂਸਰੇ ਦੇ ਪ੍ਰਤੀ ਈਰਸ਼ਾ ਹੋਏਗੀ ਸਾਡੇ ਮਨ ਦੇ ਵਿੱਚ, ਤੇ ਉੱਥੇ ਕੀ ਆ, ਕੁਛ ਅਸੀਂ ਸਾਰਾ ਕੁਛ ਨਹੀਂ, ਕੁਛ ਤੋਂ ਕੁਛ ਹੱਦ ਤੋਂ ਜ਼ਿਆਦਾ ਗਲਤ ਕੰਮ ਜਿਹੜੇ ਆ ਉੱਥੇ ਕਰ ਜਾਵਾਂਗੇ। ਔਰ ਇਹ ਚੀਜ਼ਾਂ ਹੋਣ ਤੇ ਹਰ ਤਰ੍ਹਾਂ ਦੀ ਬੁਰਾਈ ਸਾਡੇ ਵਿੱਚ ਹੋਏਗੀ। ਸੋ ਇਸ ਕਰਕੇ ਸਾਨੂੰ ਈਰਸ਼ਾ ਤੋਂ ਦੂਰ ਰਹਿਣਾ ਚਾਹੀਦਾ ਤੇ ਸਾਨੂੰ ਇਹ ਸਾਰੀਆਂ ਪ੍ਰਕਾਰ ਦੀਆਂ ਜਿਹੜੀਆਂ ਸਾਡੇ ਵਿੱਚ ਬੁਰੀਆਂ ਆਦਤਾਂ ਨੇ, ਇਹਨਾਂ ਨੂੰ ਅਪਣਾਉਣਾ ਨਹੀਂ ਚਾਹੀਦਾ, ਇਹ ਤੋਂ ਬਲਕਿ ਦੂਰ ਰਹਿਣਾ ਚਾਹੀਦਾ। प्रोवर्ब्स 14:30 शांत मन को जीवन देता है, शांत मन शरीर को जीवन देता है, किंतु ईर्ष्या हड्डियां तक को सड़ा देती है। ਜੇ ਤੁਹਾਡੇ ਮਨ ਦੇ ਵਿੱਚ ਈਰਸ਼ਾ ਕਿਸੇ ਦੇ ਪ੍ਰਤੀ ਹੈਗੀ ਆ, ਉਹ ਕੀ ਕਹਿੰਦਾ ਕਿ ਤੁਹਾਡੀਆਂ ਹੱਡੀਆਂ ਵੀ ਸਾੜ ਦੋਗੇ। ਸੋ ਸਾਨੂੰ ਇਸ ਚੀਜ਼ ਤੋਂ ਜਿਹੜਾ ਉਹ ਬਚਣਾ ਚਾਹੀਦਾ। ਸਾਨੂੰ ਪਵਿੱਤਰ ਸ਼ਾਸਤਰ ਨੇ ਕੀ ਸਿਖਾਇਆ ਕਿ ਸ਼ਾਂਤ ਮਨ ਦੇ ਰਹੋ, ਤੇ ਉਹ ਸਾਨੂੰ ਕੀ ਕਰਦਾ, ਸ਼ਾਂਤ ਮਨ ਸਰੀਰ ਕੋ ਜੀਵਨ ਦੇਤਾ ਹੈ। ਸੋ ਭੈਣੋ ਤੇ ਭਰਾਓ, ਸਾਨੂੰ ਈਰਸ਼ਾ ਨਹੀਂ ਕਰਨੀ ਚਾਹੀਦੀ, ਇਹ ਸਾਨੂੰ ਪਵਿੱਤਰ ਸ਼ਾਸਤਰ ਸਿਖਾਉਂਦੀ ਆ। ਰੋਮਨ 12:21 12:21 बुराई से मत हार, बल्कि नेकी से बुराई को हरा दे। अपनी अंदर इस तरह की एक भावना पैदा करो कि हर वक्त तुसी नेकी करनी है। बस प्रभु दे दर्शाए हुए रस्ते दे उत्ते चलना। की करना कि कोई ताड़ी, देखो कि इत्थे जिहड़ी सोच है ना, ਇਹਨੂੰ ਚੇਂਜ ਕਰਨਾ। ਜਦੋਂ ਤੁਸੀਂ ਸੋਚ ਨੂੰ ਚੇਂਜ ਕਰ ਲਿਆ, ਪਵਿੱਤਰ ਕਰ ਲਿਆ, ਕਿਉਂਕਿ ਇੱਕ ਧਿਆਨ ਨਾਲ ਸੋਚਣਾ, ਮੈਂ ਸੋਚ ਬਾਰੇ ਕਿਉਂ ਗੱਲ ਕਰਦਾ, ਉਹ ਇਸ ਕਰਕੇ ਕਰਦਾ ਵਾਂ ਕਿ ਬੀ ਵੈਰੀ ਕੇਅਰਫੁਲ ਅਬਾਊਟ ਵਾਟ ਯੂ ਥਿੰਕ, ਯੂਅਰ ਥਾਟ ਰਨ ਯੂਅਰ ਲਾਈਫ। ਕਿ ਤੁਹਾਡੀ ਜਿਹੜੇ ਵਿਚਾਰ ਇੱਥੇ ਆਉਂਦੇ ਨੇ ਉਹੀ ਤੁਹਾਡੀ ਜ਼ਿੰਦਗੀ ਨੂੰ ਦੜਾਉਂਦੇ ਨੇ। ਕਿਸ ਤਰ੍ਹਾਂ ਦੇ ਵਿਚਾਰ ਆਉਂਦੇ ਨੇ, ਇੱਥੇ ਪ੍ਰਭੂ ਨੇ ਇਹ ਗੱਲ ਕਹੀ ਆ ਕਿ ਤੂੰ ਨੇਕੀ ਦੇ ਨਾਲ ਬੁਰਾਈ ਨੂੰ ਹਰਾ ਦੇ। ਤੇ ਉੱਥੇ ਕੀ ਆ, ਸਮਝਣ ਵਾਲੀ ਗੱਲ ਕਿ ਤੁਹਾਡੀ ਕੀ ਹੋਈ, ਤੁਸੀਂ ਪਰਮਾਤਮਾ ਦੇ ਰਸਤੇ ਤੇ ਚੱਲੇ, ਤੁਹਾਡੀ ਜ਼ਿੰਦਗੀ 'ਚ ਕਿੰਨੇ ਤਬਦੀਲੀ ਕੀਤੀ, ਇਸ ਸੋਚ ਨੇ ਤੁਹਾਨੂੰ ਬਦਲ ਦਿੱਤਾ ਕਿ ਤੁਸੀਂ ਬੁਰਾਈ ਨੂੰ ਵੀ ਹਰਾ ਦਿੱਤਾ। ਕਿਸ ਕਰਕੇ, ਨੇਕੀ ਦੇ ਨਾਲ। ਹੁਣ ਤੁਹਾਨੂੰ ਗੱਲ ਕਰਾਂਗੇ ਅਸੀਂ ਗਲੂਟਨੀ ਬਾਰੇ ਕਿ ਡਰੰਕਨੈਸ ਬਾਰੇ। ਇਹਦੇ ਬਾਰੇ 'ਚ ਸਾਨੂੰ ਪਵਿੱਤਰ ਸ਼ਾਸਤਰ ਕੀ ਸਾਨੂੰ ਦੱਸਦਾ।
पवित्र शास्त्र फिलिपियंस ਦਾ 3 ਦਾ 19 ਅੱਜ पढ़ते हैं। उनका नाश उनकी नीति है, उनका पेट ही उनका ईश्वर है, और जिस पर उन्हें लजाना चाहिए उस पर वह गर्व करते हैं। उन्हें बस भौतिक वस्तुओं की ही चिंता रहती है। ਸਾਰੇ ਲੋਕ ਆਮ ਤੁਸੀਂ ਦੇਖਿਓ ਕਿ ਇਹ ਪਿयक्कड़ ਨੇ ਤੇ ਸਾਰਾ ਦਿਨ ਇਹਨਾਂ ਨੂੰ ਪੇਟ ਭਰਨ ਦੇ ਵਿੱਚ ਹੀ ਲੱਗਾ ਰਹਿੰਦਾ ਵਾ, ਕਿ ਇਹਨਾਂ ਦਾ ਧਿਆਨ ਜਿਹੜਾ ਵਾ ਉਧਰ ਹੀ ਲੱਗਾ ਰਹਿੰਦਾ। ਤਾਂ ਉਹ ਕਹਿੰਦਾ ਇਹੋ ਨੀਤੀ ਜਿਹੜੀ ਹੈ ਨਾ ਸਾਡੀ, ਇਹ ਸਾਨੂੰ ਨਸ਼ਟ ਕਰਕੇ ਰੱਖ ਦਿੰਦੀ ਆ। ਸੋ ਅੱਜ ਅਸੀਂ ਇਸ ਪਵਿੱਤਰ ਸ਼ਾਸਤਰ ਤੋਂ ਕੀ ਸਿੱਖਿਆ ਕਿ ਸਾਨੂੰ ਜਿਹੜੀ ਆ ਭੌਤਿਕ ਵਸਤੂਆਂ ਦੀ ਚਿੰਤਾ ਜਿਹੜੀ ਅਸੀਂ ਕਰਦੇ ਹਾਂ, ਡਰੰਕਨੈਸ ਕਰਦੇ ਹਾਂ, ਉਹਨਾਂ ਤੋਂ ਸਾਨੂੰ ਜਿਹੜਾ ਉਹ ਬਚਣਾ ਚਾਹੀਦਾ। ਸੈਕੰਡ ਉਹਨੇ ਪ੍ਰੋਵਰਬਸ 23 ਦਾ 20 ਤੇ 21 ਮੈਂ ਹੁਣ ਪੜੂੰਗਾ। 20 ਪਹਿਲਾਂ ਪੜ੍ਹਦਾ। ਤੂੰ ਉਨਕੇ ਸਾਥ ਮਤ ਰਹਿ ਜੋ ਬਹੁਤ ਪਿयक्कड़ ਹੈ। ਸਾਨੂੰ ਬਾਈਬਲ ਨੇ ਕੀ ਦੱਸਿਆ ਕਿ ਤੂੰ ਉਹਨਾਂ ਦੇ ਨਾਲ ਨਹੀਂ ਰਹਿਣਾ। ਕਿੰਨਾ ਨਾ, ਜਿਹੜੇ ਪਿयक्कड़ ਨੇ, ਸ਼ਰਾਬਾਂ ਪੀਂਦੇ ਨੇ, ਨਸ਼ੇ ਕਰਦੇ ਨੇ ਔਰ ਗਲਤ ਬੋਲਦੇ ਨੇ, ਉਹਨਾਂ ਦੇ ਨਾਲ तू नहीं रहना। तू उनके साथ मत रह जो पियक्कड़ हैं, अथवा ऐसे जो ठूस ठूस मांस खाते हैं। 23 दा 21 क्योंकि ये पियक्कड़ और ये पेटू दरिद्र हो जाएंगे और ये उनकी कुमारी उनके चीथड़े पहनाएगी। ਜਦੋਂ ਦੇਖੋ ਤੁਸੀਂ ਇੱਕ ਨੋਟ ਕਰਨਾ ਕਿ ਜਿਹੜਾ ਭੈਣ ਭਰਾ ਨੂੰ ਤੁਸੀਂ ਵੇਖਦੇ ਹੋ ਨਸ਼ਾ ਕਰਦਾ, ਹਮੇਸ਼ਾ ਹੀ ਉਹ ਸੁਸਤ ਰਹਿੰਦਾ, ਉਹ ਕਦੀ ਕੰਮ ਤੇ ਜਾ ਕੇ ਖੁਸ਼ ਨਹੀਂ ਰਹੇਗਾ। ਡਰੱਗੀ ਦੀ ਹਾਲਤ ਤੁਸੀਂ ਵੇਖਦੇ ਜੋ, ਤੁਸੀਂ ਸ਼ਕਲ ਵੇਖ ਕੇ ਹੀ ਕਹਿ ਸਕਦੇ ਜੋ ਕਿ ਇਹ ਆਦਮੀ ਕੌਣ ਆ, ਨਸ਼ੇ ਕਰਦਾ, ਨਸ਼ੇੜੀ ਆ, ਡਰੱਗ ਲੈਂਦਾ, ਡਰੰਕਨੈਸ ਆ। ਤੋ ਕੀ ਆ, ਕੋ ਸਾਰਿਆਂ ਕੰਮਾਂ ਤੋਂ ਵੀ ਦੂਰ ਹੋ ਜਾਂਦਾ, ਕਮਾਈ ਵੀ ਨਹੀਂ ਕਰ ਸਕਦਾ, ਕਿਸੇ ਨਾਲ ਗੱਲ ਨਹੀਂ ਕਰ ਸਕਦਾ। ਤੇ ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਪ੍ਰਭੂ ਵੱਲ ਤੇ ਆਉਣ ਹੀ ਨਹੀਂ ਨਾ ਦਿੰਦੀਆਂ। ਸੋ ਸਾਨੂੰ ਭੈਣ ਭਰਾਓ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਤੋਂ, ਨਸ਼ਿਆਂ ਤੋਂ ਦੂਰ ਹੋ ਜਾਓ। ਸੋ ਸਾਨੂੰ ਕੀ ਕਰਨਾ ਚਾਹੀਦਾ? ਸਾਨੂੰ ਇਹਨਾਂ ਚੀਜ਼ਾਂ ਨੂੰ ਛੱਡ ਕੇ ਪਰਮਾਤਮਾ ਵੱਲ, ਜੋ ਉਹਨੇ ਕਿਹਾ, ਉਸ ਰਸਤੇ ਨੂੰ ਅਪਣਾਉਣਾ ਚਾਹੀਦਾ। प्रोवर्ब्स 23 ਦਾ 2 यदि तू पेटू है तो खाने पर निरंतरन रख। ਜੇਕਰ ਤੂੰ ਬਹੁਤ ਲਾਲਚ ਹੈ ਤੈਨੂੰ ਖਾਣ ਦਾ, ਤੇ ਕੀ ਕਰਨਾ ਚਾਹੀਦਾ ਸਾਨੂੰ? ਉੱਤੇ ਨਿਰੰਤਰ ਸਾਨੂੰ ਕਰਨਾ ਚਾਹੀਦਾ। ਆਪਣੇ ਆਪ ਤੇ ਕੰਟਰੋਲ ਕਰੋ ਕਿ ਥੋੜਾ ਖਾਓ ਤੇ ਪ੍ਰਭੂ ਵਿੱਚ ਵਧੋਗੇ। ਸੋ ਸਾਨੂੰ ਆਲਸ ਜਿਹੜਾ ਵਾ ਉਹ ਕਿੱਥੋਂ ਪੈਦਾ ਹੁੰਦਾ? ਇਸ ਚੀਜ਼ ਤੋਂ ਪੈਦਾ ਹੁੰਦਾ। यदि भी बहुत शहद उत्तम है पर तू बहुत अधिक मत खा। देखो शहद मिठा बड़ा, ये फिर भी कहता वा कि जे तू ज़्यादा खाएगा। प्रोवर्ब्स 25 ਦਾ 16 जद भी शहद बहुत उत्तम है पर तू बहुत अधिक मत खा। यदि तू अधिक खाएगा तो उल्टी आ जाएगी और रोगी हो जाएगा। ਇੱਥੇ ਪਰਮਾਤਮਾ ਨੇ ਦੱਸਿਆ ਭਾਵੇਂ ਕਿੰਨੀ ਵੀ ਚੀਜ਼ ਵਧੀਆ, ਤੁਸੀਂ ਉਹਨੂੰ ਜ਼ਿਆਦਾ ਪੇਟੂ ਨਹੀਂ ਬਣਨਾ। ਸੋ ਇਸ ਚੀਜ਼ ਤੋਂ ਆਪਾਂ ਨੂੰ, ਉਸ ਗੱਲ ਤੋਂ ਦੂਰ ਰਹਿਣਾ ਵਾ ਕਿ ਅਸੀਂ ਕੀ ਕਰਨਾ ਵਾ ਕਿ ਬਚ ਕੇ ਰਹਿਣਾ। ਪ੍ਰੋਵਰਬਸ 25 ਦੀ 16 ਨੂੰ ਪੜਾਂਗੇ। यदि शहद बहुत उत्तम है पर तू बहुत अधिक मत खा और यदि तू अधिक खाएगा तो उल्टी आ जाएगी और रोगी हो जाएगा। ਸੋ ਇਸ ਚੀਜ਼ ਤੋਂ ਆਪਾਂ ਨੂੰ ਸਾਰੀ ਅੱਜ ਪਰਮਾਤਮਾ ਨੇ ਸਮਝਾ ਦਿੱਤਾ ਕਿ ਸਾਨੂੰ ਇਹਨਾਂ ਚੀਜ਼ਾਂ ਤੋਂ, ਪਾਪਾਂ ਤੋਂ ਦੂਰ ਰਹਿਣਾ ਚਾਹੀਦਾ। ਅੱਗੇ ਆ ਗਈ ਰੈਤ। ਰੈਤ ਸਾਨੂੰ ਕੀ ਆ ਕਿ ਇਹ ਸਾਨੂੰ ਐਂਗਰ ਆ, ਕੋਪ ਆ, ਗੁੱਸਾ ਵਾ ਰੈਤ ਦਾ ਮਤਲਬ। ਤੇ ਸਾਨੂੰ ਬਾਈਬਲ ਇਹਦੇ ਬਾਰੇ ਕੀ ਦੱਸਦੀ ਹੈ ਕਿ ਸਾਨੂੰ ਕਿਉਂ ਛੱਡਣਾ ਚਾਹੀਦਾ? ਕਿ ਸਾਮ 37 ਦਾ 8 ਅੱਜ ਪੜਾਂਗੇ। तू क्रोध मत कर, तू अमांदी मत बन, उतना मत घबरा कि तू बुरे काम करना चाहे। देखो परमात्मा ने कितना समझाया कि क्रोध ना कर भरा, ना कर भैन, ते तू
उतना मत घबरा जा कि बुरे काम करना चाहे। देखो जिन्ने भी काम साडे हुंदे ने बुरे, वो क्रोध च होके आउंदे। जदों साडी बुद्धि भ्रिष्ट हो जाती आ, मतलब साडी सोचन शक्ति वीक हो जाती आ, या साडा सोचन दा ढंग बदल जाता, सही रस्ते तो प्रभु नूं छड्ड के असी शैतान दे हत्थां च आ जन्ने आ, उदों असी की करदे आ? उदों असी क्रोध करदे, क्रोध करके घबरा जाने आ ते फिर बुरे काम करते आ। सो इस करके साडी इत्थे जिहड़ी सोच आ ਉਹਨੂੰ पवित्र रखना ते प्रभु ਵੱਲ ਲੈ के जाना। सो इस चीज़ ਨੂੰ बना के रखना वा। फिर रोमन 12:19, किसी से अपने आप बदला मत लो। परमात्मा ने वो किड्डी वड्डी गल सानू समझाती, की क्या कि किसी से अपने आप बदला मत लो मेरे मित्रों, बल्कि इसे परमेश्वर के क्रोध पर छोड़ दो, क्योंकि शास्त्र में लिखा है कि प्रभु ने कहा है, बदला लेना मेरा काम है। सानू पवित्र शास्त्र ये समझा रही है कि बुरे काम दा बदला असी नहीं लेना, क्योंकि ਉਹਦੇ ਵਿੱਚ भी एक बहुत ਵੱਡਾ गहरी राज छुपिया आ। ਉਹ ਕੀ ਰਾਜ ਆ ਕਿ ਜੇ ਅਸੀਂ ਬੁਰੇ ਕੰਮ ਦਾ ਬਦਲਾ ਲੈਣ ਦੀ ਸੋਚਦੇ ਹਾਂ ਤੇ ਸਾਡੀ ਸੋਚ ਗਲਤ ਹੋ ਗਈ, ਅਸੀਂ ਸ਼ੈਤਾਨ ਦੇ ਹੱਥਾਂ 'ਚ ਪਹੁੰਚ ਗਏ। ਉਹ ਕਹਿੰਦਾ ਇਹ ਕੰਮ ਪ੍ਰਭੂ ਮੇਰੇ ਉੱਤੇ ਛੱਡ ਦਿਓ। ਇੱਥੇ ਭੈਣ ਭਰਾ ਬਹੁਤ ਸਮਝਣ ਦੀ ਜ਼ਰੂਰਤ ਆ ਸਾਨੂੰ ਆਪਣੇ ਆਪ ਨੂੰ, ਕਿ ਅਸੀਂ ਕੀ ਕਰਦੇ ਹਾਂ ਕਿ ਜਦੋਂ ਕਿ ਸਾਡੇ ਨਾਲ ਬੁਰਾ ਕਰਦਾ, ਅਸੀਂ ਪਹਿਲਾਂ ਸਭ ਤੋਂ ਕੀ ਕਰਦੇ ਹਾਂ, ਇੱਥੋਂ ਬੁਰੇ ਸ਼ਬਦ ਉਸੇ ਵਕਤ ਮੂੰਹ ਤੋਂ ਕੱਢ ਕੇ ਸ਼ੁਰੂ ਕਰ ਦਿੰਦੇ ਬਦਲਾ ਲੈਣਾ। ਫਿਰ ਉਸ ਤੋਂ ਬਾਅਦ ਅਸੀਂ ਜਦੋਂ ਆਰਾਮ ਨਾਲ ਬਹਿੰਦੇ ਹਾਂ, ਸਾਡਾ ਮਨ 'ਚ ਚੈਨ ਨਹੀਂ ਆਉਂਦਾ, ਕੀ ਕਰਦਾ, ਉਹ ਜੁਗਤੀਆਂ ਲਾਉਣੀਆਂ ਸ਼ੁਰੂ ਕਰ ਦਿੰਦਾ ਕਿ ਮੈਂ ਉਹਨੂੰ ਨੀਚਾ ਕਿਵੇਂ ਵਿਖਾਉਣਾ। ਮੈਂ ਉਹਨੂੰ ਗੁੱਸੇ 'ਚ ਹੋ ਕੇ ਆਪਾਂ ਇੱਕ ਡਿਸੀਜ਼ਨ ਲੈਂਦੇ ਹਾਂ, ਜਿੰਨੇ ਵੀ ਡਿਸੀਜ਼ਨ ਲਵਾਂਗੇ ਉਹ ਸਾਰੇ ਗਲਤ ਹੋਣਗੇ। ਗੁੱਸੇ ਦਾ ਕੰਮ ਹੀ ਹੋ, ਸ਼ਾਂਤ ਮਨ 'ਚ ਤੁਸੀਂ ਡਿਸੀਜ਼ਨ ਲਓਗੇ ਦੈਨ ਇਟ ਇਜ਼ ਓਕੇ। ਗੁੱਸੇ 'ਚ ਆ ਕੇ ਜਦੋਂ ਵੀ ਡਿਸੀਜ਼ਨ ਲਓ ਸਾਰਾ ਗਲਤ ਹੋਏਗਾ। ਉਹ ਪਰਮਾਤਮਾ ਨੇ ਸਾਨੂੰ ਇਸ ਪਾਪ ਤੋਂ ਬਚਾਉਣ ਲਈ ਕਿੱਡੀ ਵੱਡੀ ਗੱਲ ਕਹੀ ਕਿ ਇਹ ਮੇਰੇ ਉੱਤੇ ਸੱਟ ਦੇ, परमात्मा को क्रोध पर छोड़ दे, क्योंकि शास्त्र में लिखा है, प्रभु ने कहा है, बदला लेना मेरा काम है, प्रतिदान मैं दूंगा। मैं तानू ਤੁਹਾਡੇ ਮਨ ਨੂੰ ਸ਼ਾਂਤੀ ਔਰ ਤੁਹਾਨੂੰ ਉਹਦਾ ਸਾਰਾ ਕੁਝ ਬਦਲਾ ਹੋਇਆ ਚਿਹਰਾ ਸਾਰਾ ਕੁਝ ਤੁਹਾਡੇ ਸਾਹਮਣੇ ਮੈਂ ਕਰਕੇ ਦਊਂਗਾ। ਤੁਹਾਨੂੰ ਕੋਈ ਜ਼ਰੂਰਤ ਨਹੀਂ कि तू अपना टाइम वेस्ट करे, तू अपनी एनर्जी वेस्ट करे, अपनी जिंदगी नू बर्बाद करे, अपना धन बर्बाद करे। तेरा काम नहीं गा बदला लेना। बदला प्रभु दे छड्ड दिओ ते तुसी मुक्त हो जाओगे। गल खत्म करती उन्हें। उस तो बाद उन्हें की गल कही है, जेम्स 1:20 सानू की कहंदा, क्योंकि मनुष्य के क्रोध से परमेश्वर की धार्मिकता नहीं उपजती। जे असी क्रोध करते हैं तो साढ़े च परमात्मा की धार्मिकता जिहड़ी आ वो विचों साडे नहीं उठती, फिर वो असीं दूजे पासे चल जाने शैतान दे हत्थां च। सो सानू जेम्स ने समझाया कि क्रोध परमात्मा तो एक अलग चीज़ है, शैतान की ताकत आ, सानू उत्तों बचना चाहिए। उस तो बाद कोमल उत्तर से क्रोध शांत होता है। प्रोवर्ब्स 15 ਦੇ ਇੱਕ ਸਾਨੂੰ ਕੀ ਕਹਿੰਦਾ, कोमल उत्तर से क्रोध शांत होता है, किंतु कठोर वचन क्रोध को भड़काता है। सानू बिल्कुल कोमल शब्द बोलने चाहिए आ ते किसी ना भी क्रोध चा के भैड़े शब्द कठोर शब्द बिल्कुल नहीं बोलने चाहिए। ये भैनों ते भराओ नोट करने वाली गल जी। हुण असीं सलौथ बारे ਤੁਹਾਨੂੰ ਦੱਸਦੇ ਹਾਂ ਕਿ ਆਲਸ ਜਿਹੜਾ ਸੁਸਤੀਪਨ ਇਹ ਇੱਕ ਕੀੜਾ ਵਾ, 7 ਡੈਡ ਸਿਨ ਚੋਂ ਇੱਕ।
ਉਹ 'ਚੋਂ ਸਾਨੂੰ ਇਹਨੂੰ ਦੂਰ ਕਰਨਾ। ਅੱਜ ਇੰਨੀ ਹੀ ਪੜ੍ਹਾਂਗੇ, ਗਾ ਅਗਲਾ ਪਾਰਟ 2 ਉਹ ਤੁਹਾਨੂੰ ਮੈਂ ਸੁਣਾ ਦਵਾਂਗਾ। ਉਹ 'ਚ ਤੁਸੀਂ ਬਾਕੀ ਦੇ ਜਿਹੜੇ ਉਹ 3 ਜਿਹੜੇ ਤੁਹਾਨੂੰ ਉਹਦੇ 'ਚ ਆ ਜਾਣਗੇ। ਸੋ ਅੱਜ ਅਸੀਂ ਇਸ ਤਰ੍ਹਾਂ ਕਰਦੇ ਹਾਂ, ਸਲੋਟ ਬਾਰੇ ਪੜ੍ਹਦੇ ਹਾਂ ਕਿ ਪਵਿੱਤਰ ਸਾਨੂੰ ਸ਼ਾਸਤਰ ਕੀ ਸਿਖਾਉਂਦਾ। ਪ੍ਰੋਵਰਬਸ 13 ਦਾ 4 ਪੜਾਂਗੇ। ਆਲਸੀ ਮਨੋਰਥ ਪਾਲਤਾ ਹੈ पर कुछ नहीं पाता, किंतु परिश्रमणी की जितनी भी इच्छा है पूर्ण हो जाती है। आलसी मनुष्य की करदा, देखो वो सोचता ही रहिंदा ते कुछ नहीं वो तो हासिल कर सकता, किंतु जिहड़ा परिश्रम करदा, मेहनत करदा, कड़ी मेहनत करदा, वो जे दिल च कोई इच्छा रखदा तो ओहदी वो पूर्ण कर दिंदा परमात्मा। क्योंकि इफ यू हैल्प God will help you, if you help yourself God will help you। ਸੋ ਇਹ ਚੀਜ਼ ਜਿਹੜੀ ਇੱਥੇ ਪੂਰੀ ਹੋ ਜਾਂਦੀ ਆ ਕੇ ਤੁਸੀਂ ਆਲਸ ਨਾ ਕਰੋ, परिश्रम करो, कड़ी मेहनत करो तो ਤੁਹਾਡਾ ਕੰਮ ਜਿਹੜਾ ਉਹ ਹੋ ਜਾਏਗਾ। प्रोवर्ब्स 12 ਦਾ 24 परिश्रमी हाथ तो शासन करेंगे किंतु आलस्य का परिणाम बेकार होगा। जो परिश्रम करने वाले वो कहता शासन करनगे, राज करनगे ते उन्हां दे घर दे विच खुशहाली होएगी, ते जिहड़ा आलसे का परिणाम होगा बेकार, कोई काम दा नहीं होएगा। 2 थेसलोनियन 3 ਦਾ 10 मैं तुहाडे अगे पढ़ना चाहुंदा। इसलिए हम सब जब तुम्हारे साथ थे हमने तुमसे ये आदेश दिया था कि यदि कोई काम ना करना चाहो वह खाना भी ना खाए। देखो परमात्मा ने सानू ਇਹਦੇ 'ਚ ਕੀ ਸਿੱਖਿਆ ਦਿੱਤੀ ਕਿ ਜੇਕਰ ਤੁਸੀਂ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਜੇ, परमात्मा ਕਹਿੰਦੇ ਤੇ ਆਲਸ ਕਰੋ, ਖਾਣਾ ਵੀ ਨਾ ਖਾਓ, परिश्रम ਕਰੋ ਤੇ ਇਹਨੂੰ ਖਾਓ। ਜੇ ਅਸੀਂ परमात्मा ਨੂੰ ਮੰਨਦੇ ਹਾਂ ਭੈਣੋ ਤੇ ਭਰਾਓ, ਸਾਨੂੰ ਇਹਦੇ ਤੇ ਬੜਾ ਧਿਆਨ ਦੇਣਾ ਚਾਹੀਦਾ। ਕਿਸ ਤਰ੍ਹਾਂ ਧਿਆਨ ਦੇਣਾ ਚਾਹੀਦਾ? ਇਸ ਲਈ ਕਿ जब तुम्हारे साथ थे हमने तुम्हें ये आदेश दिया था। परमात्मा ਜਦੋਂ ਇੱਥੇ ਹਾਜ਼ਰ ਸੀ ਉਹਨੇ ਸਾਨੂੰ ਸਾਰਿਆਂ ਨੂੰ ਦੱਸਿਆ ਸੀ, यदि कोई काम ना करना चाहे तो वो खाना भी ना खाए। परमात्मा ने ਇਹ ਸਾਨੂੰ ਜਦੋਂ ਉਹ ਜੀਵਤ ਸੀ ਉਹਨੇ ਸਾਰਿਆਂ ਨੂੰ ਸਮਝਾਇਆ ਸੀ। ਉਹ ਪਵਿੱਤਰ ਸ਼ਾਸਤਰ 'ਚ ਲਿਖਿਆ ਗਿਆ, ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ, ਮਨ ਤੋਂ ਕੋਈ ਚੀਜ਼ ਨਹੀਂ ਲਾ ਰਿਹਾ। कलूसियन 3 ਦਾ 23 तुम जो कुछ करो अपने समुच्चे मन से करो, मानो तुम उसे लोगों के लिए नहीं बल्कि प्रभु के लिए कर रहे हो। देखो मेरे वाल ध्यान दो। मैं एक बजुर्ग हो गया, अपनी जिंदगी बतीत चुका, हुण मैं रिटायर हाँ। मेरे मन दे विच की इच्छा वा, मेरे मन दे विच इच्छा मैनू ਪੁੱਛਦੇ ਭੈਣ ਭਰਾ। ਅੱਜ ਵੀ ਸਾਡੀ ਜੋ ਐਤਵਾਰ ਦੀ ਸਭਾ ਹੋਈ ਸੀ ਉਹਦੇ ਵਿੱਚ ਵੀ ਪੁੱਛਿਆ ਗਿਆ ਸੀ ਕਿ ਤੁਹਾਡਾ ਮਨ ਦਾ ਕੀ ਮਨੋਰਥ, ਕੀ ਤੁਸੀਂ ਚਾਹੁੰਦੇ ਜੋ। ਪਰ ਉਸ ਵਕਤ ਸਮੇਂ ਦੀ ਘਾਟ ਕਾਰਨ ਮੈਂ ਨਹੀਂ ਦੱਸ ਸਕਿਆ ਕਿ ਕੀ ਸੀ ਮੇਰੇ ਵਿੱਚ, ਕਿ ਮੇਰਾ ਕੀ ਆ। ਮੇਰਾ ਮਨੋਰਥ ਇਹ ਆ ਕਿ ਜੇ ਮੈਂ ਪ੍ਰਭੂ ਦੇ ਸ਼ਬਦਾਂ ਨੂੰ ਕੁਛ ਜਾਣਦਾ ਤੇ ਆਪਣੇ ਭੈਣ ਭਰਾਵਾਂ ਤੱਕ ਪਹੁੰਚਾਵਾਂ, ਤਾਂ ਉਹ ਵੀ ਇਹਦਾ ਲਾਭ ਲੈਣ ਤੇ ਸ਼ੈਤਾਨੀ ਤਾਕਤਾਂ ਤੋਂ ਉਹ ਛੁੱਟ ਜਾਣ ਤੇ ਪ੍ਰਭੂ ਨੂੰ ਅਪਣਾਉਣ ਤੇ ਉਹਦੇ ਰਸਤੇ ਦੇ ਉੱਤੇ ਚੱਲਣ। ਸੋ ਅੱਜ ਮੈਂ ਇਹ ਚਾਹੁੰਦਾ ਵਾਂ, ਤੁਮ ਜੋ ਕੁਛ ਕਰੋ ਆਪਣੇ ਸਮੁੱਚੇ ਮਨ ਸੇ ਕਰੋ। ਮੈਂ ਆਪਣੇ ਸੱਚੇ ਹਿਰਦੇ ਨਾਲ ਕਰਦਾ, ਮੈਨੂੰ ਕੋਈ ਉਹਦਾ ਕੁਛ ਦੇ ਨਹੀਂ ਰਿਹਾ ਕੋਈ ਵੀ, ਕਿ ਮੈਂ ਤੁਹਾਡੇ ਨਾਲ ਜਿਹੜੀਆਂ ਪਰਮਾਤਮਾ ਦੇ ਸ਼ਬਦ ਸ਼ੇਅਰ ਕਰ ਰਿਹਾ। ਮੈਂ ਆਪਣੀ ਖੁਸ਼ੀ ਨਾਲ ਕਰ ਰਿਹਾ ਕਿ ਮੇਰਾ ਇਹ ਜੀਵਨ ਦਾ ਉਦੇਸ਼ ਆ ਕਿ ਮੈਂ ਤੁਹਾਡੇ ਨਾਲ ਇਹ ਗੱਲਾਂ ਕਰਾਂ ਕਿ ਤੁਸੀਂ ਹੋ ਸਕਦਾ ਆਪਣਾ ਜੀਵਨ ਵੀ ਸਫਲਤਾਪੂਰਵਕ ਬਣਾ ਲਓ। ਮੈਂ ਆਪਣੇ ਆਪ ਨੂੰ ਰੋਜ਼ ਇਹ ਗੱਲ ਸਮਝਾਉਣਾ, ਅੱਜ ਤੁਹਾਨੂੰ ਸਮਝਾ ਰਿਹਾ। ਮਾਨੋ ਤੁਮ ਉਸੇ ਲੋਗੋਂ ਕੇ लिए नहीं बल्कि प्रभु के लिए कर रहे हो। ਇਹ ਮੈਨੂੰ ਪਵਿੱਤਰ ਸ਼ਾਸਤਰ ਨੇ ਕੀ ਦੱਸਿਆ? ਜਾਓ ਤੇ ਮੇਰੇ ਚੇਲੇ ਬਣਾਓ, ਚਾਰੇ ਦਿਸ਼ਾ ਦੇ ਵਿੱਚ ਜਾਓ ਤੇ ਮੇਰਾ ਪ੍ਰਚਾਰ ਕਰੋ ਤੇ ਮੇਰੇ ਚੇਲੇ ਬਣਾਓ। ਮੈਂ ਉਹਨਾਂ 'ਚ ਇੱਕ ਕੰਮ ਕਰ ਰਿਹਾ, ਜੋ ਮੈਨੂੰ ਪਰਮਾਤਮਾ ਨੇ ਟੈਲੈਂਟ ਦਿੱਤਾ, ਗੁਣ ਦਿੱਤਾ, ਮੈਂ ਉਹ ਤੁਹਾਡੇ ਨਾਲ ਆਪਣਾ ਸ਼ੇਅਰ ਕਰ ਰਿਹਾ। ਇਸ ਕਰਕੇ ਮੈਂ ਪ੍ਰਭੂ ਦਾ ਕੰਮ ਕਰ ਰਿਹਾ। ਸੋ ਮੇਰੇ ਭੈਣ ਭਰਾਓ, ਹੁਣ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਇਹਨਾਂ
ਸ਼ਬਦਾਂ ਦੇ ਉੱਤੇ ਚੱਲੋ ਤੇ ਪਰਮਾਤਮਾ ਨੂੰ ਸਾਰਿਆਂ ਨੇ ਬੈਪਟਿਜ਼ਮ ਅਸੀਂ ਲਿਆ ਤਾਂ ਹੀ ਅਸੀਂ ਇਸ ਨੂੰ ਸੁਣਦੇ ਹਾਂ ਤੇ ਜੇ ਸੁਣਦੇ ਆ ਤਾਂ ਸਾਨੂੰ ਪ੍ਰਭੂ ਦੇ ਰਸਤੇ ਤੇ ਚੱਲਣਾ ਚਾਹੀਦਾ ਤੇ ਸਾਨੂੰ ਕਿਉਂ ਨਹੀਂ ਇਹ ਸ਼ੈਤਾਨੀ ਤਾਕਤਾਂ ਨੂੰ ਛੱਡ ਕੇ ਦੂਰ ਹੋ ਜਾਣਾ ਚਾਹੀਦਾ ਕਿਉਂਕਿ ਸਾਨੂੰ ਇਹਨਾਂ ਸਿਨਸ ਦਾ ਸਾਨੂੰ ਨੌਲੇਜ ਹੋਣੀ ਚਾਹੀਦੀ ਆ ਕਿ ਇਹ ਪਾਪ ਨਹੀਂ ਤੇ ਪਾਪਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਸੋ ਪ੍ਰੋਵਰਬ 6 ਦਾ 9 ਕੀ ਕਹਿੰਦੇ ਅਰੇ ओ दीगर सूत्री कब तक तुम यहाँ पड़े ही रहोगे अपनी निंद्रा से तुम कब जाग उठोगे भाई हुण ते जाग उठो मेरा सारा जिहड़ा वा ਉਹ ਇਸ ਜ਼ੋਰ ਤੇ ਲੱਗਦਾ ਕਿ ਮੈਂ ਤੁਹਾਨੂੰ ਜਾਗਰਤ ਕਰਾਂ ਕਿ ਪਰਮਾਤਮਾ ਦੇ ਸ਼ਬਦ ਸੁਣਨਾ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਬਦਲ ਜਾਏਗੀ ਸੋ ਮੈਂ ਇਹਨਾਂ ਸ਼ਬਦਾਂ ਨੂੰ ਦੇ ਨਾਲ ਇਹ ਸਮਾਪਤ ਕਰਦਾ ਵਾਂ ਤੇ ਤੁਹਾਡੇ ਨਾਲ ਇਹ ਪ੍ਰਾਰਥਨਾ ਕਰਦਾ ਵਾਂ ਤੁਹਾਡੇ ਚਰਨਾਂ ਦੇ ਅੱਗੇ ਕਿ ਪ੍ਰਭੂ ਦੇ ਅੱਗੇ ਕਿ ਪ੍ਰਭੂ ਜੀ ਇਹਨਾਂ ਸਾਰਿਆਂ ਨੂੰ ਸੁੱਖ ਸ਼ਾਂਤੀ ਤੇ ਸਮਰਿੱਧੀ ਦਿਓ ਤੇ ਮੇਰੇ ਵਚਨਾਂ ਤੇ ਚੱਲਣ ਦੇ ਉੱਤੇ ਕਰੋ ਹੁਣ ਮੈਂ ਪ੍ਰਭੂ ਯੀਸ਼ੂ ਦੇ ਅੱਗੇ ਪ੍ਰਾਰਥਨਾ ਕਰਦਾ ਫਾਦਰ ਲਾਰਡ I come before you in prayer this day. Help me overcome my fear and worries. Give me the strength to keep holding on and waiting on you. I am weary and tired, O Lord. My spirit is weak and my body wants to give up. Grant me the grace to keep going on. Cause me to have patience and trust in your process. I want to keep trying, but I cannot do it on my own. So please be my strength and my guide. In Jesus' name I pray. God bless you, my sister and brother. God is peace with you. Thank you. Thank you. Praise the Lord. Praise the Lord.